हेलो स्टूडेंट्स, देखो बेटा चैप्टर चल रहा अपना अल्फा बीटा एंड गामा रे स्पैक्ट्रा। इस अल्फा पार्टिकल्स की ਆਪਾਂ ਸਾਰਾ ਥਿਓਰੈਟੀਕਲ ਪੋਰਸ਼ਨ ਕਰ ਚੁੱਕੇ ਹਾਂ ਵੀ ਅਲਫਾ ਪਾਰਟੀਕਲਸ ਕਿਸ ਤਰ੍ਹਾਂ ਡਿਕੇ ਹੁੰਦੇ ਨੇ ਨਿਊਕਲੀਅਸ ਚੋਂ। ਹੁਣ ਅਲਫਾ ਪਾਰਟੀਕਲ ਦਾ ਸਪੈਕਟਰਾ ਆਪਣਾ ਪੈਂਡਿੰਗ ਰਹਿ ਗਿਆ ਸੀਗਾ ਟੌਪਿਕ। ਤਾਂ ਅਲਫਾ ਪਾਰਟੀਕਲ ਸਪੈਕਟਰਾ ਜਿਹੜਾ ਹੈ, ਸਪੈਕਟਰਾ ਦੀ ਫਾਰਮੇਸ਼ਨ ਕਿਸ ਤਰ੍ਹਾਂ ਹੁੰਦੀ ਹੈ ਜਾਂ ਅਲਫਾ ਸਪੈਕਟਰਾ ਦੀ ਜਿਹੜੀ ਨੇਚਰ ਹੈ ਉਹ ਨੇਚਰ ਕਿਸ ਤਰ੍ਹਾਂ ਦੀ ਹੈ। ਤਾਂ ਇੱਥੇ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਆਉਂਦਾ ਬੇਟਾ ਐਗਜ਼ਾਮ ਦੇ ਵਿੱਚ। ਉਹ ਕੁਐਸਚਨ ਕੀ ਹੈ, ਕੁਐਸਚਨ ਨੋਟ ਕਰੋ ਸਾਰੇ ਬੱਚੇ। ਵਾਈ ਅਲਫਾ ਸਪੈਕਟਰਾ ਡਿਸਕ੍ਰੀਟ ਐਂਡ ਬੀਟਾ ਸਪੈਕਟਰਾ ਕੰਟੀਨਿਊਸ। ਬੀਟਾ ਹਲੇ ਆਪਾਂ ਨੇ ਪੜ੍ਹਨਾ ਹੈ, ਅਲਫਾ ਆਪਾਂ ਅੱਜ ਪੜਾਂਗੇ। ਵਾਈ ਅਲਫਾ ਸਪੈਕਟਰਾ ਡਿਸਕ੍ਰੀਟ ਐਂਡ ਬੀਟਾ ਸਪੈਕਟਰਾ ਕੰਟੀਨਿਊਸ। ਹੁਣ ਡਿਸਕ੍ਰੀਟ ਦਾ ਕੀ ਮੀਨਿੰਗ ਹੈ, ਕੰਟੀਨਿਊਸ ਦਾ ਕੀ ਮੀਨਿੰਗ ਹੈ। ਡਿਸਕ੍ਰੀਟ ਦਾ ਮੀਨਿੰਗ ਹੈ ਜਦੋਂ ਫਿਕਸ ਅਮਾਊਂਟ ਹੋਵੇ, ਜਦੋਂ એનર્ਜੀ ਲੈਵਲਸ ਪਏ ਨੇ ਉਹ એનર્ਜੀ ਲੈਵਲਸ ਦੀ ਫਿਕਸ એનર્ਜੀ ਹੈ, ਉਹ ਤੋਂ ਜਦੋਂ ਟ੍ਰਾਂਜੀਸ਼ਨਸ ਹੋਣਗੀਆਂ ਤਾਂ ਉਹ ਟ੍ਰਾਂਜੀਸ਼ਨਸ ਜਦੋਂ ਹੋਣਗੀਆਂ ਉੱਥੇ ਜਿਹੜੇ ਅਲਫਾ ਪਾਰਟੀਕਲਸ ਨਿਕਲਣਗੇ ਉਹਨਾਂ ਦੀ ਜਿਹੜੀ એનર્ਜੀ ਹੋਊਗੀ ਉਹ ਫਿਕਸ ਹੋਊਗੀ। ਕਲੀਅਰ ਹੈ। ਇਹ ਐਲੀਮੈਂਟ ਟੂ ਐਲੀਮੈਂਟ ਡਿਪੈਂਡ ਕਰੂਗਾ ਕਿ ਕਿਸ ਤਰ੍ਹਾਂ ਦੇ ਐਲੀਮੈਂਟ ਦੇ ਵਿੱਚੋਂ ਜਿਹੜੇ ਅਲਫਾ ਪਾਰਟੀਕਲਸ ਨਿਕਲ ਰਹੇ ਨੇ ਉਹ ਗਰੁੱਪ ਦੇ ਵਿੱਚ ਨਿਕਲ ਰਹੇ ਨੇ ਤਾਂ ਉਹਨਾਂ ਦੀ એનર્ਜੀ ਕਿੰਨੀ ਹੈ ਉਹ ਫਿਕਸ ਹੋਊਗੀ। ਹੁਣ ਕੰਟੀਨਿਊਸ ਦਾ ਕੀ ਮਤਲਬ ਹੈ। ਕੰਟੀਨਿਊਸ ਦਾ ਮਤਲਬ ਹੈ ਕਿ ਜਿਵੇਂ ਬੀਟਾ ਪਾਰਟੀਕਲਸ ਨਿਕਲ ਰਹੇ ਨੇ ਤਾਂ ਉਹ ਬੀਟਾ ਪਾਰਟੀਕਲਸ ਕੋਈ ਵੀ એનર્ਜੀ ਦੀ ਵੈਲਿਊ ਹੈ ਜਿਹੜੀ ਉਹ ਐਕਵਾਇਰ ਕਰ ਸਕਦੇ ਨੇ। ਲੋ ਹੋ ਸਕਦੀ ਹੈ, ਹਾਈ ਹੋ ਸਕਦੀ ਹੈ, ਮੀਡੀਅਮ ਹੋ ਸਕਦੀ ਹੈ। ਮਤਲਬ ਉਹ ਡਿਫਰੈਂਟ, ਉੱਥੇ ਕੁਝ ਫਿਕਸ ਨਹੀਂ ਹੈ ਕਿ ਜਿਹੜੇ ਬੀਟਾ ਪਾਰਟੀਕਲਸ ਨਿਕਲਣਗੇ ਉਹ ਕਿਸ એનર્ਜੀ ਦੇ ਨਿਕਲਣਗੇ। ਕੰਟੀਨਿਊਸ ਦਾ ਮਤਲਬ ਹੈ ਇੱਕ ਕੰਟੀਨਿਊਸ ਬਿਹੇਵੀਅਰ ਉਹ ਸ਼ੋ ਕਰ ਰਹੇ ਨੇ, ਮਤਲਬ એનર્ਜੀ ਦੀ ਕੋਈ ਵੀ ਵੈਲਿਊ ਹੋ ਸਕਦੀ ਹੈ। ਇਹ ਬੇਸਿਕ ਡਿਫਰੈਂਸ ਹੈ। ਤਾਂ ਬੇਟਾ ਅਗਰ ਤੁਹਾਨੂੰ ਇਹ ਬੜਾ ਕੁਐਸਚਨ ਆਉਂਦਾ ਹੈ ਤਾਂ ਤੁਹਾਨੂੰ ਸਾਰਾ ਅਲਫਾ ਸਪੈਕਟਰਾ ਤੇ ਤੁਹਾਨੂੰ ਬੀਟਾ ਸਪੈਕਟਰਾ ਡਿਸਕਸ ਕਰਨਾ ਪਊਗਾ। ਸੈਕਸ਼ਨ 'ਚ ਆਉਂਦਾ ਇਹ ਕੁਐਸਚਨ। ਤਾਂ ਅਲਫਾ ਸਪੈਕਟਰਾ ਡਿਸਕ੍ਰੀਟ ਕਿਉਂ ਹੈ। ਆਪਾਂ ਹੁਣ ਜਿਸ ਤਰ੍ਹਾਂ ਆਪਣੇ ਪਿਛਲੇ ਲੈਕਚਰਸ ਦੇ ਵਿੱਚ ਪੜ੍ਹਿਆ ਹੈ ਕਿ ਅਲਫਾ ਪਾਰਟੀਕਲਸ ਐਕਚੁਅਲੀ 'ਚ ਇਹ ਵੀ ਸ਼ੋ ਕਰਦੇ ਨੇ ਕਿ ਜਿਹੜਾ ਨਿਊਕਲੀਅਸ ਹੈ, ਜਿਸ ਤਰ੍ਹਾਂ ਆਪਣੇ ਇਲੈਕਟ੍ਰੋਨਿਕ એનર્ਜੀ ਲੈਵਲਸ ਹੁੰਦੇ ਨੇ ਉਸੇ ਤਰ੍ਹਾਂ ਨਿਊਕਲੀਅਸ ਦੇ ਵਿੱਚ ਨਿਊਕਲੀਅਰ એનર્ਜੀ ਲੈਵਲਸ ਨੇ। ਮਤਲਬ ਫਿਕਸ ਅਮਾਊਂਟ 'ਚ એનર્ਜੀ 'ਚ ਲੈਵਲਸ ਪਏ ਨੇ ਜਿਨ੍ਹਾਂ ਤੋਂ ਅਗਰ ਉਹਨਾਂ ਦੀ ਟ੍ਰਾਂਜੀਸ਼ਨਸ ਹੁੰਦੀ ਹੈ ਤਾਂ ਫਿਕਸ ਅਮਾਊਂਟ 'ਚ એનર્ਜੀ ਨਿਕਲਦੀ ਹੈ। ਤਾਂ ਇੱਥੇ ਅਲਫਾ ਸਪੈਕਟਰਾ ਔਰ ਫਾਈਨ ਸਟਰਕਚਰ ਇਨ ਅਲਫਾ ਸਪੈਕਟਰਮ ਇਹ ਪੜ੍ਹ ਰਹੇ ਆਪਾਂ। ਦੇਖੋ ਇੱਥੋਂ ਦੇਖੋ ਬੇਟਾ ਇਹਨਾਂ ਲਾਈਨਸ ਤੋਂ ਕਹਿੰਦਾ ਇਨੀਸ਼ੀਅਲੀ ਇਹ ਸੋਚਿਆ ਜਾਂਦਾ ਸੀ ਕਿ ਅਲਫਾ ਪਾਰਟੀਕਲਸ ਨੇ ਜਿਹੜੇ ਹੈਵੀ ਐਲੀਮੈਂਟਸ ਤੋਂ ਨਿਕਲਦੇ ਨੇ ਉਹ ਸੇਮ એનર્ਜੀ ਦੇ ਨਿਕਲਦੇ ਨੇ, ਪਰ ਜਿਵੇਂ ਜਿਵੇਂ ਸਟੱਡੀਜ਼ ਹੋਈਆਂ ਡਿਫਰੈਂਟ ਸਾਇੰਟਿਸਟ ਨੇ ਇਹਨਾਂ 'ਤੇ ਵਰਕ ਕੀਤਾ ਜਾਂ ਹਾਈ ਰੈਜ਼ੋਲਿਊਸ਼ਨ ਮੈਗਨੈਟਿਕਸ ਸਿਸਟਮਸ ਤੋਂ ਮੈਗਨੈਟਿਕ ਡਿਫਲੈਕਸ਼ਨ ਸਪੈਕਟ੍ਰੋਗ੍ਰਾਫਸ ਤੋਂ ਸਟੱਡੀ ਕੀਤਾ ਗਿਆ ਤਾਂ ਉੱਥੇ ਫਾਈਂਡ ਆਊਟ ਕੀਤਾ ਗਿਆ, ਐਸਟੈਬਲਿਸ਼ ਦੈਟ ਇਟ ਸ਼ੋਜ਼ ਏ ਗਰੁੱਪ ਆਫ discrete energies rather than single energy. This is known as the fine structure of alpha spectrum. ਤਾਂ ਇਹਦੇ ਨਾਲ ਅਲਫਾ ਪਾਰਟੀਕਲ ਸੀ ਜਿਹੜੇ, ਕਿਉਂਕਿ ਉਹਨਾਂ ਦੇ ਜਿਹੜੇ ਨੀਅਰ ਬਾਏ ਜਿਵੇਂ ਸਪੋਜ਼ ਕਰੋ ਕਿ એનર્ਜੀ ਲੈਵਲਸ 'ਚ ਹੋ ਸਕਦਾ ਹੈ ਕਿ ਕਈ ਵਾਰੀ ਸਾਨੂੰ ਕੁਝ ਟ੍ਰਾਂਜੀਸ਼ਨਸ ਵਿਜ਼ੀਬਲ ਨਹੀਂ ਹੁੰਦੀਆਂ, ਪਰ ਜਦੋਂ ਅਸੀਂ ਉਹਨਾਂ ਨੂੰ ਹਾਈ ਰੈਜ਼ੋਲਿਊਸ਼ਨ ਇੰਸਟਰੂਮੈਂਟਸ ਦੇ ਨਾਲ ਦੇਖਦੇ ਹਾਂ ਤਾਂ ਉਹਨਾਂ ਦੇ ਜਿਹੜੇ ਫਰਦਰ ਹੋਰ ਕੋਈ ਡਿਫਰੈਂਟ ਟ੍ਰਾਂਜੀਸ਼ਨਸ ਨੇ ਉਹ ਮੇਨ ਟ੍ਰਾਂਜੀਸ਼ਨ ਦੇ ਨਾਲ ਸਾਨੂੰ ਦਿਖ ਜਾਂਦੀਆਂ ਨੇ। ਤਾਂ ਜਦੋਂ ਮੇਨ ਟ੍ਰਾਂਜੀਸ਼ਨ ਦੇ ਨਾਲ ਉਹਨਾਂ ਦੇ ਕਲੋਜ਼ਲੀ ਸਪੇਸਡ ਲਾਈਨਸ ਨੇ ਜਿਹੜੀਆਂ ਅਗਰ ਉਹ ਸਾਨੂੰ ਅਪੀਅਰ ਹੋ ਜਾਂਦੀਆਂ ਨੇ ਤਾਂ ਅਸੀਂ ਉਹਨੂੰ ਫਾਈਨ ਸਟਰਕਚਰ ਬੋਲ ਦਿੰਦੇ ਹਾਂ। ਤਾਂ ਇਸੇ ਤਰ੍ਹਾਂ ਕਹਿੰਦਾ ਅਲਫਾ ਸਪੈਕਟਰਾ ਜਿਹੜਾ ਫਾਈਨ ਸਟਰਕਚਰ ਸ਼ੋ ਕਰਦਾ। ਤਾਂ ਜਿਸ ਤਰ੍ਹਾਂ ਤੁਹਾਡੀ ਬੁੱਕ ਦੇ ਵਿੱਚ ਬੇਟਾ ਐਗਜ਼ਾਮਪਲ ਹੈ, ਐਗਜ਼ਾਮਪਲ ਕੀ ਹੈ ਬਿਸਮਥ ਦੀ। ਦੇਖੋ ਬਿਸਮਥ ਦੀ ਐਗਜ਼ਾਮਪਲ ਹੈ, ਬਿਸਮਥ ਤੋਂ ਟੈਲੂਰੀਅਮ ਬਣਦਾ ਹੈ ਔਰ ਇਹਨੇ 5 ਟ੍ਰਾਂਜੀਸ਼ਨਸ ਸ਼ੋ ਕੀਤੀਆਂ ਹੋਈਆਂ ਨੇ। 5 ਟ੍ਰਾਂਜੀਸ਼ਨਸ ਚੋਂ ਦੇਖੋ ਮੇਨ ਜਿਹੜੀ એનર્ਜੀ ਹੈ ਦੈਟ ਇਜ਼ 6.2 MeV, ਮਤਲਬ ਲੋਐਸਟ ਟੂ ਹਾਈਐਸਟ ਲੈਵਲ એનર્ਜੀ 6.2 MeV ਹੈ। ਤਾਂ ਇੱਕ ਟ੍ਰਾਂਜੀਸ਼ਨ ਸ਼ੋ ਕੀਤੀ ਹੋਈ ਹੈ 6.197 ME, ਸੈਕਿੰਡ ਟ੍ਰਾਂਜੀਸ਼ਨ 6.169, ਥਰਡ ਟ੍ਰਾਂਜੀਸ਼ਨ 5.871, ਫੋਰਥ ਐਂਡ ਫਿਫਥ। ਮਤਲਬ ਇਹ ਟੋਟਲ 5 ਟ੍ਰਾਂਜੀਸ਼ਨਸ ਨੇ ਜਿਹੜੀਆਂ ਇੱਥੇ ਹੋ ਰਹੀਆਂ ਨੇ। ਪਰ ਇੱਕ ਚੀਜ਼ ਤੁਸੀਂ ਹੋਰ ਨੋਟ ਕਰੋ ਕਿ ਕੁਝ ਅਲਫਾ ਪਾਰਟੀਕਲਸ ਨੇ ਜਿਹੜੇ ਉਹ ਸਿੱਧੇ ਡਾਇਰੈਕਟ ਗਰਾਊਂਡ ਸਟੇਟ 'ਤੇ ਨਹੀਂ ਆਏ, ਉਹ ਆਪਣੀਆਂ ਫਰਦਰ ਐਕਸਾਈਟਿਡ ਸਟੇਟਸ 'ਤੇ ਪਏ ਨੇ। ਮਤਲਬ ਉਹਨਾਂ ਦੀ ਟ੍ਰਾਂਜੀਸ਼ਨ ਹੋ ਗਈ ਪਰ ਉਹ ਆਪਣੇ ਫਰਦਰ ਐਕਸਾਈਟਿਡ ਸਟੇਟਸ ਦੇ ਵਿੱਚ ਪਏ ਨੇ।
ਤਾਂ ਇਹ ਐਕਸਾਈਟਿਡ ਸਟੇਟ ਨਿਊਕਲੀਆਈ ਜਦੋਂ ਆਪਣੇ ਡਾਊਨ ਲੈਵਲ ਤੇ ਆਉਂਦੇ ਨੇ, ਲੋਅਰ એનર્ਜੀ ਸਟੇਟਸ 'ਚ ਆਉਂਦੇ ਨੇ, ਤਾਂ ਇਹ ਇੱਥੇ ਪਾਰਟੀਕਲਸ ਐਮਿਟ ਕਰਦੇ ਨੇ ਜਿਨ੍ਹਾਂ ਨੂੰ ਆਪਾਂ ਕੀ ਬੋਲਦੇ ਹਾਂ, ਗਾਮਾ ਰੇਜ਼। ਇਹਦਾ ਮਤਲਬ ਇਹ ਹੈ ਕਿ ਜਿਹੜਾ ਐਲਫਾ ਟ੍ਰਾਂਜੀਸ਼ਨ ਹੈ ਦੈਟ ਇਜ਼ ਫੋਲੋਡ ਬਾਈ ਗਾਮਾ ਟ੍ਰਾਂਜੀਸ਼ਨ ਆਲਸੋ। ਮਤਲਬ ਮੋਸਟ ਆਫ ਦਾ ਕੇਸਿਸ 'ਚ ਕੀ ਹੁੰਦਾ ਹੈ ਕਿ ਜਦੋਂ ਐਲਫਾ ਟ੍ਰਾਂਜੀਸ਼ਨ ਹੁੰਦੀ ਹੈ ਤਾਂ ਉੱਥੇ ਨਿਊਕਲੀ ਕੁਝ ਦੇਰ ਲਈ ਆਪਣੀ ਐਕਸਾਈਟਿਡ ਸਟੇਟ ਦੇ ਵਿੱਚ ਹੀ ਰਹਿੰਦੇ ਨੇ, ਲੋਅਰ ਐਕਸਾਈਟਿਡ ਸਟੇਟਸ ਦੇ ਵਿੱਚ। ਉਸ ਤੋਂ ਬਾਅਦ ਜਦੋਂ ਆਪਣੇ ਬਿਲਕੁਲ ਲੋਅਰ ਲੈਵਲ ਤੇ ਆਉਂਦੇ ਆ ਤਾਂ ਉਹ ਨਾਲ ਗਾਮਾ ਰੇਜ਼ ਵੀ ਐਮਿਟ ਕਰਦੇ ਨੇ। ਤਾਂ ਜੇ ਐਲਫਾ ਸਪੈਕਟਰਾ ਆਉਂਦਾ ਬੇਟਾ ਪੇਪਰ 'ਚ ਤਾਂ ਤੁਹਾਨੂੰ ਇਹ ਪਰਟੀਕੂਲਰ ਐਗਜ਼ਾਮਪਲ ਜਿਹੜੀ ਹੈ, ਬਹੁਤ ਸਾਰੀਆਂ ਐਗਜ਼ਾਮਪਲਸ ਨੇ ਇਸ ਤਰ੍ਹਾਂ ਦੀਆਂ ਟ੍ਰਾਂਜੀਸ਼ਨ ਦੀਆਂ, ਤਾਂ ਤੁਸੀਂ ਇਹ ਐਗਜ਼ਾਮਪਲ ਨੋਟ ਰੱਖਣੀ ਹੈ, ਇਹ ਸਾਰਾ ਯਾਦ ਕਰਨਾ ਹੈ। ਇੱਥੇ ਤੋਂ ਤੁਸੀਂ ਇਹਦੀ ਥਿਊਰੀ ਲੈ ਸਕਦੇ ਹੋ। ਉਸ ਤੋਂ ਬਾਅਦ ਐਲਫਾ ਸਪੈਕਟਰਾ ਤੋਂ ਬਾਅਦ ਆਉਂਦਾ ਬੀਟਾ ਡੀਕੇ। ਹੁਣ ਪਹਿਲਾਂ ਸਮਝਣ ਦੀ ਜ਼ਰੂਰਤ ਹੈ ਕਿ ਬੀਟਾ ਡੀਕੇ ਹੈ ਕੀ। ਬੀਟਾ ਡੀਕੇ, ਬੀਟਾਜ਼ ਆਰ ਬੇਸਿਕਲੀ ਇਲੈਕਟ੍ਰॉन्स। ਬੀਟਾ ਇਲੈਕਟ੍ਰॉन्स ਨੇ, ਕਲੀਅਰ ਹੈ। ਹੁਣ ਇਲੈਕਟ੍ਰॉन ਤਾਂ ਨਿਊਕਲੀਅਸ 'ਚ ਹੁੰਦੇ ਨਹੀਂ। ਇਹਦਾ ਮਤਲਬ ਇਹ ਹੈ ਕਿ ਜਦੋਂ ਬੀਟਾ ਡੀਕੇ ਹੋਊਗਾ ਤਾਂ ਐਟ ਦਾ ਟਾਈਮ ਉਹਨਾਂ ਦੀ ਉੱਥੇ ਜਨਰੇਸ਼ਨ ਹੋਊਗੀ, ਮਤਲਬ ਉਹ ਪ੍ਰੋਡਿਊਸ ਹੋਣਗੇ, ਨਾਲ ਦੀ ਨਾਲ ਉਹ ਬਾਹਰ ਨਿਕਲ ਜਾਣਗੇ। ਤਾਂ ਇਸ ਤਰ੍ਹਾਂ ਬੀਟਾ ਡੀਕੇ ਹੋਊਗਾ। ਬੇਟਾ ਧਿਆਨ ਰੱਖਣਾ ਐਲਫਾ, ਬੀਟਾ, ਗਾਮਾ ਦੇ ਆਰ ਰਿਲੇਟਿਡ ਵਿਦ ਨਿਊਕਲੀਅਸ, ਨੋਟ ਵਿਦ ਆਊਟਰ ਇਲੈਕਟ੍ਰॉन्स, ਕਲੀਅਰ ਹੈ। ਹੁਣ ਬੀਟਾ ਡੀਕੇ ਜਿਹੜਾ ਹੈ ਉਹ ਫਰਦਰ ਉਹਦੇ 3 ਮੋਡਸ ਨੇ, 3 ਟਾਈਪਸ ਦੇ ਨਾਲ ਡੀਕੇ ਹੋ ਸਕਦਾ ਹੈ। ਫਸਟ ਹੈ ਇਲੈਕਟ੍ਰॉन ਐਮਿਸ਼ਨ, ਸੈਕਿੰਡ ਹੈ ਪੋਜ਼ਿਟ੍ਰॉन ਐਮਿਸ਼ਨ, ਥਰਡ ਹੈ ਇਲੈਕਟ੍ਰॉन ਕੈਪਚਰ। ਹੁਣ ਇਲੈਕਟ੍ਰॉन ਐਮਿਸ਼ਨ ਨੂੰ ਅਸੀਂ ਬੋਲਦੇ ਹਾਂ ਬੀਟਾ ਵਿਦ ਨੈਗੇਟਿਵ, ਪੋਜ਼ਿਟ੍ਰॉन ਐਮਿਸ਼ਨ ਬੀਟਾ ਵਿਦ ਪਲੱਸ। ਦੇਖੋ ਇਲੈਕਟ੍ਰॉन ਤੇ ਪੋਜ਼ਿਟ੍ਰॉन 'ਚ ਕੀ ਫ਼ਰਕ ਹੈ ਬੇਟਾ, ਸਾਰਾ ਕੁਝ ਸੇਮ ਹੁੰਦਾ ਇਲੈਕਟ੍ਰॉन ਤੇ ਪੋਜ਼ਿਟ੍ਰॉन ਦਾ। ਇਲੈਕਟ੍ਰॉन ਜਿਹੜਾ ਹੈ ਉਹਦੇ ਤੇ ਮਾਈਨਸ ਚਾਰਜ ਹੁੰਦਾ ਹੈ, ਪੋਜ਼ਿਟ੍ਰॉन ਜਿਹੜਾ ਹੈ ਉਹਦੇ ਤੇ ਪੋਜ਼ਿਟਿਵ ਚਾਰਜ ਹੁੰਦਾ। ਬਸ ਇਹ ਫ਼ਰਕ ਹੈ, ਬਾਕੀ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਸੇਮ ਨੇ। ਤਾਂ ਇਲੈਕਟ੍ਰॉन ਐਮਿਸ਼ਨ ਕਦੋਂ ਹੋਊਗਾ? ਕੋਈ ਵੀ ਨਿਊਕਲੀਆਈ, ਕੋਈ ਵੀ ਹੈਵੀ ਨਿਊਕਲੀਆਈ, ਕੋਈ ਵੀ ਜਿਹੜਾ ਰੇਡੀਓ ਐਕਟਿਵ ਨਿਊਕਲੀਆਈ ਹੈ ਉਹਦੇ 'ਚ ਇਲੈਕਟ੍ਰॉन ਐਮਿਸ਼ਨ ਕਦੋਂ ਹੋਊਗਾ? ਇਲੈਕਟ੍ਰॉन ਐਮਿਸ਼ਨ ਉਦੋਂ ਹੋਊਗਾ ਜਦੋਂ ਨਿਊਕਲੀਅਸ 'ਚ ਐਕਸੈਸ ਨੰਬਰ ਆਫ ਨਿਊਟਰॉन्स ਨੇ। ਇਹ ਧਿਆਨ ਰੱਖਣਾ ਹੈ ਕਿ ਇਲੈਕਟ੍ਰॉन ਐਮਿਸ਼ਨ ਉਦੋਂ ਹੋਊਗਾ ਜਦੋਂ ਨਿਊਕਲੀਅਸ 'ਚ ਐਕਸੈਸ ਨੰਬਰ ਆਫ ਨਿਊਟਰॉन्स ਨੇ, ਕਲੀਅਰ ਹੈ। ਤਾਂ ਹੁਣ ਇਸ ਕੇਸ 'ਚ ਦੇਖੋ ਕਹਿੰਦਾ ਬੀਟਾ ਡੀਕੇ ਅਸੈਂਸ਼ੀਅਲੀ ਸਪੌਂਟੇਨੀਅਸਲੀ ਕਨਵਰਟ ਨਿਊਕਲੀਅਰ ਨਿਊਟਰॉन। ਤਾਂ ਇਹਦੇ 'ਚ ਕੀ ਹੁੰਦਾ ਹੈ ਕਿ ਨਿਊਟਰॉन ਜਿਹੜੇ ਨੇ ਉਹ ਪ੍ਰੋਟੋਨਸ 'ਚ ਕਨਵਰਟ ਹੁੰਦੇ ਨੇ ਤੇ ਨਾਲ ਇਲੈਕਟ੍ਰॉन ਨਿਕਲਦੇ ਨੇ। ਦੇਖੋ ਬੇਟਾ ਇਹ ਕੀ ਦੱਸ ਰਿਹਾ ਹੈ, ਇਹ ਕਹਿੰਦੇ ਕਿ ਜਦੋਂ ਬੀਟਾ ਡੀਕੇ ਹੁੰਦਾ, ਬੀਟਾ ਡੀਕੇ ਦੇ ਵਿੱਚ ਇਲੈਕਟ੍ਰॉन ਐਮਿਸ਼ਨ ਦੇ ਕੇਸ 'ਚ ਇਲੈਕਟ੍ਰॉन ਜਦੋਂ ਨਿਕਲਦੇ ਨੇ ਤਾਂ ਉਸ ਕੇਸ 'ਚ ਨਿਕਲਣਗੇ ਜਦੋਂ ਐਕਸੈਸ ਨੰਬਰ ਆਫ ਨਿਊਟਰॉन्स ਹੋਣਗੇ ਤੇ ਉਹ ਐਕਸੈਸ ਨਿਊਟਰॉन्स ਨੇ ਜਿਹੜੇ ਉਹ ਕਨਵਰਟ ਹੋਣਗੇ ਪ੍ਰੋਟੋਨ ਦੇ ਵਿੱਚ। ਨਾਲ ਕੀ ਨਿਕਲੂਗਾ, ਨਾਲ ਨਿਕਲਣਗੇ ਇਲੈਕਟ੍ਰॉन्स ਪਲੱਸ ਇੱਕ ਇਹਨਾਂ 'ਚ ਨਵਾਂ ਪਾਰਟੀਕਲ ਨਿਕਲਦਾ ਹੈ ਜਿਹਨੂੰ ਅਸੀਂ ਬੋਲਦੇ ਹਾਂ ਨਿਊਟ੍ਰੀਨੋ ਜਾਂ ਐਂਟੀ ਨਿਊਟ੍ਰੀਨੋ। ਜਿਹੜਾ ਨਵਾਂ ਪਾਰਟੀਕਲ ਨਿਕਲਦਾ ਬੇਟਾ ਇਹਨੂੰ ਕੀ ਬੋਲਦੇ ਹਾਂ ਅਸੀਂ, ਨਿਊਟ੍ਰੀਨੋ ਜਾਂ ਐਂਟੀ ਨਿਊਟ੍ਰੀਨੋ, ਕਲੀਅਰ ਹੈ। ਇਸ ਕੇਸ ਦੇ ਵਿੱਚ ਪਾਰਟੀਕਲ ਨਾਲ ਜਿਹੜਾ ਨਿਕਲੂਗਾ ਦੈਟ ਇਜ਼ ਐਂਟੀ ਨਿਊਟ੍ਰੀਨੋ। ਹੁਣ ਇਹ ਕਿਉਂ ਨਿਕਲੂਗਾ ਜਾਂ ਇਹਦੀ ਥਿਊਰੀ ਕੀ ਹੈ ਇਹ ਆਪਾਂ ਅਗਲੇ ਟੌਪਿਕ ਦੇ ਵਿੱਚ ਪੜਾਂਗੇ। ਇੱਥੇ ਤੁਸੀਂ ਬਸ ਇੰਨਾ ਕੁ ਯਾਦ ਰੱਖੋ ਬੇਟਾ, ਜਦੋਂ ਇਲੈਕਟ੍ਰॉन ਐਮਿਸ਼ਨ ਹੁੰਦਾ ਹੈ ਤਾਂ ਉਹਦੇ ਨਾਲ ਇੱਕ ਨਵਾਂ ਪਾਰਟੀਕਲ ਜਿਹੜਾ ਹੈ ਤੁਹਾਡੇ ਲਈ ਨਵਾਂ ਇਹ ਐਂਟੀ ਨਿਊਟ੍ਰੀਨੋ ਨਿਕਲਦਾ ਪਲੱਸ ਨਾਲ એનર્ਜੀ ਰਿਲੀਜ਼ ਹੁੰਦੀ ਹੈ, ਕਲੀਅਰ ਹੈ। ਹੁਣ ਇਹ ਐਂਟੀ ਨਿਊਟ੍ਰੀਨੋ ਕਿਉਂ ਨਿਕਲਦਾ ਹੈ ਜਾਂ ਮਤਲਬ ਕੁਝ ਪ੍ਰੋਪਰਟੀਜ਼ ਨੇ, ਉਹ ਪ੍ਰੋਪਰਟੀਜ਼ ਨੂੰ ਕੰਜ਼ਰਵ ਰੱਖਣ ਦੇ ਲਈ ਜਿਹੜੀ ਇਨਵੈਸਟੀਗੇਸ਼ਨ ਜਾਂ ਜਿਹੜੇ ਐਕਸਪੈਰੀਮੈਂਟਸ ਹੋਏ ਉਹਨਾਂ ਤੋਂ ਇਹ ਪ੍ਰੂਵ ਹੋਇਆ ਕਿ ਇੱਥੇ ਇੱਕ ਇਲੈਕਟ੍ਰॉन ਦੇ ਨਾਲ ਇੱਕ ਨਵਾਂ ਪਾਰਟੀਕਲ ਨਿਕਲਦਾ ਜਿਹਨੂੰ ਅਸੀਂ ਬੋਲਦੇ ਹਾਂ ਐਂਟੀ ਨਿਊਟ੍ਰੀਨੋ। ਤਾਂ ਦੇਖੋ ਟੂ ਕੰਜ਼ਰਵ એનર્ਜੀ ਐਂਡ ਮੋਮੈਂਟਮ neutrino of extremely small mass and spin 1/2 is emitted along with the electron। ਆ ਇਕੁਏਸ਼ਨ ਦੱਸਦੀ ਬੇਟਾ ਮੈਂ ਤੁਹਾਨੂੰ, ਨਿਊਟਰॉन ਕਨਵਰਟ ਹੁੰਦੇ ਨੇ ਪ੍ਰੋਟੋਨਸ 'ਚ, ਨਾਲ ਇਲੈਕਟ੍ਰॉन ਨਿਕਲਣਗੇ, ਨਾਲ ਐਂਟੀ ਨਿਊਟ੍ਰੀਨੋ ਪਲੱਸ એનર્ਜੀ, ਕਲੀਅਰ ਹੈ। ਅਗਰ ਅਸੀਂ ਇਹਨੂੰ ਡਿਫਰੈਂਟ ਫਾਰਮ 'ਚ ਲਿਖੀਏ, ਮਤਲਬ ਆਪਣੀ ਇਕੁਏਸ਼ਨ ਦੀ ਫਾਰਮ 'ਚ ਲਿਖੀਏ, ਅਗਰ x ਤੁਹਾਡੇ ਕੋਲ ਪੇਰੈਂਟ ਨਿਊਕਲੀਆਈ ਹੈ, ਡਾਟਰ ਨਿਊਕਲੀਆਈ ਹੋ ਗਿਆ, ਦੇਖੋ ਇੱਥੇ ਐਟੋਮਿਕ ਨੰਬਰ ਬਾय 1 ਇਨਕਰੀਜ਼ ਹੋ ਗਿਆ, ਪਲੱਸ ਇਲੈਕਟ੍ਰॉन
एक इलैक्ट्रॉन निकल रहा है क्योंकि उरे नेगेटिव साइन है, क्योंकि दोनों पासे बेटा चार्ज कंजर्व रहना चाहिए हुंदा है, चार्ज शुड बी कंजर्व। ਇਹਦਾ मतलब ਜਿਹੜਾ डॉटर न्यूक्लियाई निकलूगा ਉਹਦਾ एटॉमिक नंबर बाय 1 इनक्रीज हो जाऊगा इस केस 'ਚ। प्लस एंटी न्यूट्रिनो ते कोई चार्ज कंसीडर नहीं किया जाता, क्लीयर है। प्लस क्यू, तो ये अपनी इक्वेशन है जिहड़ी बन गई फॉर इलैक्ट्रॉन एमिशन। हुण अगर असी इस इक्वेशन नू देखिए, इस इक्वेशन दे विच इफ MP इज मास ऑफ न्यूट्रल पेरेंट एटम एटॉमिक नंबर Z, अगर MP मास है पेरेंट एटम का, MP की है मास है पेरेंट एटम का, दिस ਇਹਦਾ मास है। MD मास है न्यूट्रल डॉटर एटम ऑफ एटॉमिक नंबर Z+1, MD की दा मास है डॉटर का, क्लीयर है। ME की है मास ऑफ इलैक्ट्रॉन है। तो अगर असी कंजरवेशन ऑफ मास एनर्जी प्रिंसीपल अप्लाई करते हैं तो अपने लैफ्ट हैंड साइड पर की आऊगा, मास ऑफ प्रोटॉन माइनस जिन्ने उहदे च इलैक्ट्रॉन पे ने इंटू C²। हुण ये माइनस क्यों किया, माइनस तां किया बेटा क्योंकि आपां ने पूरे एटम दे विचों, आपां ने पूरे एटम चों मास किहदा लैना है, सिर्फ न्यूक्लीयस का लैना है। तो जे न्यूक्लीयस का मास लैना है तो आपां नूं टोटल पेरेंट एटम चों, टोटल एटम के मास चों आ जिहड़े इलैक्ट्रॉन्स पए ने इन्हां दा मास माइनस करना पऊगा। हुण मास अपने कोल इलैक्ट्रॉन्स किन्ने ने, जिन्ना एटॉमिक नंबर हुंदा है, ठीक है। दिस मास इज़ कन्वर्टिड इनटू एनर्जी, इस करके आपां ने रिलेशन की लगाया E इज़ इक्वल टू mc² का इंटू C² करता। सिमिलरली जदों असी डॉटर का देखते हैं, डॉटर का की आऊगा, टोटल डॉटर का मास माइनस वो जिन्ने इलैक्ट्रॉन्स ने, इलैक्ट्रॉन्स किन्ने देखो डॉटर दे विच Z+1 ने, तो Z+1 MEC² प्लस मास ऑफ इलैक्ट्रॉन इंटू C², क्योंकि जिहड़ा एंटी न्यूट्रिनो है या न्यूट्रिनो है इहदा मास बेटा एक्सट्रीमली स्मॉल है, ठीक है। इहदे मास नूं कंसीडर नहीं करते हैगे इत्थे, तो इहदा मास एंड दिस वन। तो कंजरवेशन ऑफ मास एनर्जी अगर असी लगाने आ तो पेरेंट न्यूक्लीयस का मास, डॉटर न्यूक्लीयस का मास प्लस इलैक्ट्रॉन का मास प्लस क्यू, क्लीयर है। हुण देखो इत्थे जदों तुसीं इस ब्रैकेट नूं एक्सपैंड करोगे, MEC² उरे माइनस का पिया, उरे प्लस का पिया, कैंसल हो जाऊगा। इधर माइनस का पिया ZMEC², इधर भी माइनस का पिया, भी कैंसल हो जाऊगा। दैट मीनस कि यह सारी टर्म जिहड़ी है ये कैंसल हो गई। तो तुहाडे कोल की बच गया MP_C² MD_C² प्लस क्यू की एनर्जी, ये की बन गया, क्यू की बन गया, फिर साडे कोल MP माइनस MD_C²। बीटा एमिशन के लिए की चाहिए हुंदा है, कंडीशन है बेटा मास ऑफ पेरेंट एटम शुड बी ग्रेटर दैन मास ऑफ डॉटर एटम। पेरेंट एटम का मास है जिहड़ा ज़्यादा होना चाहिए डॉटर दे नालों, क्लीयर है। तो पेरेंट का मास Z एटॉमिक नंबर है, डॉटर का Z+1 है, तो ये कंडीशन इत्थों अचीव होगी कि मास ऑफ पेरेंट शुड बी ग्रेटर दैन मास ऑफ डॉटर। ये क्यों लगी बेटा, क्योंकि असी की बोलते होंगे कि इक्वेशन च एनर्जी तां रिलीज़ होगी इफ इक्वेशन जिहड़ी है फिजिबल तां होगी इफ क्यू इज़ ग्रेटर दैन 0। क्यू इज़ ग्रेटर दैन 0 का की मतलब है कि दिस शुड ग्रेटर, सो MP शुड बी ग्रेटर दैन MD। सिमिलरली इज पॉजिट्रॉन एमिशन, पॉजिट्रॉन की है बेटा एक तरह का एंटी पार्टिकल है इलैक्ट्रॉन का। तो पॉजिट्रॉन एमिशन कदों होगी, जदों पहले वाले दी रिवर्स कंडीशन होगी, मतलब जदों प्रोटॉन्स ज़्यादा होणगे, अपोजिट हो गया बेटा। हुण प्रोटॉन्स ज़्यादा होणगे, पहले केस च न्यूट्रॉन अगर ज़्यादा सी न्यूक्लियाई दे विच, मतलब इत्थे सानूं ये क्लीयर हो गया कि न्यूक्लीयस किस केस दे विच पॉजिट्रॉन एमिशन करूगा, किस केस दे विचों इलैक्ट्रॉन एमिशन करूगा। तो अगर एक्सैस नंबर ऑफ प्रोटॉन्स ने तो इत्थे प्रोटॉन कन्वर्ट होगा न्यूट्रॉन, नाल निकलूगा पॉजिट्रॉन प्लस न्यूट्रिनो। पहले केस च की निकले सी एंटी न्यूट्रिनो, इस केस च की निकलणगे न्यूट्रिनो। न्यूट्रिनो ते एंटी न्यूट्रिनो च भी कोई फर्क नहीं है बेटा, दोनों सेम पार्टिकल ने, बट इन्हां दी स्पिन का फर्क है, क्लीयर है। एंटी न्यूट्रिनो की स्पिन ते न्यूट्रिनो की स्पिन का फर्क है, वो अगे दसूँगी तुहानूं। तो यदि इक्वेशन बेसिक इक्वेशन किमें लिखी जाऊगी, थोड़े कोल पेरेंट एटम है, डॉटर बन गया क्योंकि हुण उरे पॉजिट्रॉन निकल रहा है, पॉजिट्रॉन मतलब प्लस चार्ज,
ਤਾਂ ਇੱਥੇ ਬੇਟਾ ਜਿਹੜਾ ਡਾਟਰ ਨਿਊਕਲੀਆਈ ਬਣੂਗਾ ਉਹਦਾ ਐਟੋਮਿਕ ਨੰਬਰ ਜਿਹੜਾ ਹੈ ਉਹ ਬਾਈ 1 ਡਿਕਰੀਜ਼ ਹੋ ਜਾਊਗਾ। ਇਹ ਡਿਕਰੀਜ਼ ਤਾਂ ਹੋ ਰਿਹਾ ਬੇਟਾ ਕਿਉਂਕਿ ਦੋਨੋਂ ਪਾਸੇ ਚਾਰਜ ਜਿਹੜਾ ਹੈ ਉਹ ਕੰਜ਼ਰਵ ਰਹਿਣਾ ਚਾਹੀਦਾ। ਇਸ ਕਰਕੇ Z-1 अगर असी इधर टोटल चार्ज देखिए, टोटल चार्ज की हो गया Z-1 + 1 मतलब Z रह गया जो कि अपने इधर लैफ्ट हैंड साइड पे है। तो इस करके जो इत्थे अपने कोल नवा डॉटर न्यूक्लियाई बनूगा उहदे च की आ गया Z-1 आ गया। इस तरह आपां इहदी इक्वेशन देखते हैं कि ये वाला एमिशन दी फिजिबिलिटी की है। तो मास एनर्जी कंजरवेशन लगाने उस तरह पेरेंट एटम का मास माइनस उस जिन्ने इलैक्ट्रॉन्स पे ने, डॉटर का मास उस जिन्ने इलैक्ट्रॉन्स पे ने। हुण इलैक्ट्रॉन्स किन्ने पे ने Z-1 me पे ने। सिमिलरली मास ऑफ पॉजिट्रॉन इंटू C² + Q MP(C²) देखो बेटा इत्थे ZMe तो ZMe नाल कैंसल हो गया, पर हुण इत्थे फर्क की है, उरे माइनस माइनस प्लस का Me(C² पे है, इत्थे भी अपने कोल प्लस का पे है, तो यह डबल हो जाऊगा 2Me(C²) मास ऑफ पेरेंट एटम C², मास ऑफ डॉटर C² + 2Me(C² + Q। हुण नैक्सट वही है कि Q शुड बी ग्रेटर दैन 0, Q ग्रेटर दैन 0 होना चाहिए। तो ये इक्वेशन आप किस तरह बना लाँगे MP - MD(C² - 2Me(C²) इट शुड बी ग्रेटर दैन 0। यदा मतलब MP - MD(C² ग्रेटर दैन 2Me(C²) और MP - MD ग्रेटर दैन 2Me मतलब मास ऑफ पेरेंट ते मास ऑफ डॉटर का जिहड़ा माइनस है दैट शुड बी ग्रेटर दैन 2 टाइम्स ऑफ मास ऑफ पॉजिट्रॉन। क्लीयर है, एक कंडीशन अचीव होगी बेटा कि आ कंडीशन होनी चाहिए है तो पॉजिट्रॉन एमिशन होगा। नैक्सट है इलैक्ट्रॉन कैप्चर। इलैक्ट्रॉन कैप्चर की है, देखो ਜਿਹੜੇ हैवी न्यूक्लियाई ने उन्होंने विच की हुंदा है कि एनर्जी लैवल्स ने जिहड़े या आप कह सकते हैं ऑर्बिट्स ने जिहड़े वो क्लोजली स्पेस्ड हो जाते हैं। वो क्लोजली स्पेस्ड होने दे नाल की हुंदा है कि कई बारी न्यूक्लियस कोई इलैक्ट्रॉन है जो कैप्चर कर लेंदा है, मतलब कोई इलैक्ट्रॉन जिहड़ा है वो न्यूक्लियस के अंदर फॉल कर जाता है, उन्होंने असीं इलैक्ट्रॉन कैप्चर बोलते हैं। देखो इन हैवी न्यूक्लियाई इलैक्ट्रॉनिक ऑर्बिट्स आर क्लोजली पैक्ड and there is probability of one of the orbital electron to capture by radioactive nuclei। क्लियर है। हुण मान लो सपोज करो कि एक इलैक्ट्रॉन कैप्चर हो गया, प्रोटॉन प्लस एक इलैक्ट्रॉन न्यूट्रॉन च कन्वर्ट हो गया प्लस न्यूट्रिनो बन गया। क्लियर है। तो यदि इक्वेशन आप किस तरह लिखांगे, बेसिक अपना पेरेंट एटम हो गया, पेरेंट एटम ने अपना ही एक इलैक्ट्रॉन है जो कैप्चर कर लिया, नवा न्यूक्लियाई बन गया क्योंकि दोनों साइड ते चार्ज कंजर्व रहना चाहिए, इस करके उरे Z-1 बन गया प्लस Q MP(C²। हुण देखो बेटा इत्थे की अपना डिफरेंस पै रहा है, जिहड़ा इलैक्ट्रॉन है वो सारा एटम का ही पार्ट है, ਉਹਦੇ ਚੋਂ कुछ भी बाहर नहीं निकलिया, इलैक्ट्रॉन सी अपने ऑर्बिट तो वो न्यूक्लियस च फॉल कर गया, पर पूरे पेरेंट एटम के मास दे विच तां कोई फर्क नहीं पिया, मतलब बाहर तो नहीं कुछ निकलिया। इस करके इस केस च आपां की लवांगे टोटल मास ऑफ द पेरेंट, टोटल मास ऑफ द पेरेंट, क्योंकि ਉਹਦੇ ਵਿੱਚ कोई भी फर्क नहीं पिया क्योंकि वो एटम दा एटम दे विच ही पिया, चाहे वो न्यूक्लियस च पिया चाहे वो आउटर च पिया। दैन इट इज़ इक्वल टू MD(C²) MD मतलब डॉटर का मास जिहड़ा है MD(C² + Q। Q शुड बी ग्रेटर दैन 0, सो MP - MD(C²) MP की हो गया MP इज़ ग्रेटर दैन MD मतलब मास ऑफ पेरेंट एटम शुड बी ग्रेटर दैन द मास ऑफ द डॉटर एटम। क्लीयर है। तो ये बेटा 3 अलग अलग कंडीशनस ने जिहड़ियां इहदे विच अचीव, ਇਹਦੇ ਵਿੱਚ 3 ਪਾਰਟਸ ਨੇ ਜਿਹੜੇ ਇਲੈਕਟ੍ਰੋਨ ਐਮਿਸ਼ਨ, ਪੋਜ਼ਿਟ੍ਰੋਨ ਐਮਿਸ਼ਨ ਤੇ ਇਲੈਕਟ੍ਰੋਨ ਕੈਪਚਰ, 3 ਅਲੱਗ-ਅਲੱਗ ਕੰਡੀਸ਼ਨਸ ਆਪਾਂ ਨੇ ਡਰਾਈਵ ਕੀਤੀਆਂ ਨੇ। ਉਸ ਤੋਂ ਬਾਅਦ ਬੇਟਾ ਬੀਟਾ ਰੇ ਸਪੈਕਟਰਾ ਐਂਡ ਨਿਊਟ੍ਰਿਨੋ ਪੋਸਟੂਲੇਟ। पर ये सारा टॉपिक क्योंकि बेटा लंबा है, ये टॉपिक थोड़ा लेंथी है, ये मैं थोड़ा नैक्सट लैक्चर च करवाऊँगी। तो इस तो पहला तुसी अपना एल्फा स्पैक्ट्रा और एल्फा पार्टिकल्स का जो थ्योरेटिकल पोर्शन है वो सारा डिटेल च कर लो, तो यदा ही टैसट होएगा या मैं थोड़ा एक असाइनमेंट सेंड करूँगी टोटली बेस्ड अपॉन एल्फा डीके, सिर्फ एल्फा डीके दे बेस्ड एक असाइनमेंट मैं थोड़ा सेंड करूँगी ये नाल, तो तुसी वो करनी है अप टू जिस दिन भी मैं थोड़ा सेंड करूँगी विदिन 2 और 3 डेज़ तुसी वो असाइनमेंट सबमिट करनी है बेटा। क्लीयर है। सो थैंक्स अ लॉट।